ਓਕੇ ਜੀ, ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਸੀ ਬਹੁਤ ਬੱਚੇ ਜਿਹੜੇ ਆਇਲਸ ਕਰਦੇ ਪਏ ਆ ਫੀਸਾਂ ਦੀ ਕਰਕੇ ਉਹਨਾਂ ਨੂੰ ਆਇਲਸ ਦੇ ਵਿੱਚ ਫਸਾਇਆ ਜਾ ਰਿਹਾ ਵਾ, ਬਟ ਬਹੁਤ ਬੱਚਿਆਂ ਦੀ ਗ੍ਰਾਮਰ ਵੀਕ ਆ। ਮੇਰੇ ਬਹੁਤ ਟਾਈਮ ਦਾ ਮਨ ਸੀ ਵੀ ਮੈਂ ਕੁਝ ਬੱਚਿਆਂ ਦੇ ਲਈ ਗ੍ਰਾਮਰ ਜੋ ਮੈਂ ਜਿੰਨਾ ਕੁ ਮੈਂ ਸਿੱਖਿਆ ਹੈ ਵਾ ਮੈਂ ਅੱਗੇ ਸਾਰਿਆਂ ਨਾਲ ਸ਼ੇਅਰ ਕਰਾਂ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਗ੍ਰਾਮਰ ਨੂੰ ਸਿਖਾਇਆ ਜਾ ਰਿਹਾ ਥਾ ਦੇ ਦੀ ਹਾਂ ਹੈ ਦੀ। ਜਿਨ੍ਹਾਂ ਨੇ ਪੜ੍ਹਿਆ ਹੋਇਆ ਉਹ ਇਹ ਨਹੀਂ ਦੇਖਦੇ ਪਏ ਵੀ ਪ੍ਰੈਜ਼ੈਂਟ ਇੰਡੀਫਿਨਿਟ ਮਤਲਬ ਡੇਲੀ ਦੀਆਂ ਗੱਲਾਂ ਨਾ, ਉਹਨਾਂ ਨੂੰ ਇਹ ਇੱਥੋਂ ਤੱਕ ਮਤਲਬ ਆ ਵੀ ਹਾਂ ਇਹ ਹੀ ਕਰਦਾ ਹੈ ਕਰਦਾ ਸੀ, ਜੋ ਕਿ ਬਹੁਤ ਚੀਪ ਤਰੀਕਾ ਪੜਾਉਣ ਦਾ। ਰਾਈਟ, ਮੈਨੂੰ ਜੋ ਸੀ ਕਿ ਮੇਰੇ ਲਈ ਜੋ ਕੰਮ ਕੀਤਾ ਮੈਂ ਥਾ ਤੇ ਤੀ ਨਾਲ ਵੀ ਸਿੱਖਿਆ ਸੀ, ਉਸ ਤੋਂ ਬਾਅਦ ਮੈਂ ਆਪਣੇ ਵੇ ਨਾਲ ਸਿੱਖਿਆ। ਆਈ ਵਾਂਟ ਟੂ ਜਸਟ ਸ਼ੇਅਰ ਮਾਈ ਐਕਸਪੀਰੀਅੰਸ। ਮੈਨੂੰ ਪਤਾ ਹੈ ਬਹੁਤ ਬੱਚਿਆਂ ਲਈ ਫਾਇਦੇਮੰਦ ਹੋਏਗਾ। ਬਹੁਤ ਬੱਚੇ ਜਿਹੜੇ ਪੂਅਰ ਕਲਾਸ ਫੈਮਿਲੀਜ਼ ਤੋਂ ਬਿਲੋਂਗ ਕਰਦੇ ਨੇ, ਜਿਹੜੇ ਗ੍ਰਾਮਰ ਦੇ ਜਾਂ ਦੂਸਰੇ ਪੈਸੇ ਜ਼ਿਆਦਾ ਨਹੀਂ ਭਰ ਸਕਦੇ, ਇਟਸ ਗੋਇੰਗ ਟੂ ਬੀ ਫ੍ਰੀ ਫॉर ਯੂ। ਓਕੇ ਜੀ, ਆਪਾਂ ਸਿਰਫ ਗ੍ਰਾਮਰ ਦੇ ਵਿੱਚ ਤਿੰਨ ਚੀਜ਼ਾਂ ਸਿੱਖਣੀਆਂ ਨੇ, ਕੀਪ ਇਟ ਇਨ ਮਾਈਂਡ। ਫਸਟ ਆਫ ਆਲ ਹੈਗੇ ਨੇ ਟੈਂਸ। ਟੈਂਸ ਕੀ ਹੁੰਦੇ ਨੇ? ਇਵੈਂਟਸ ਆਫ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਕੋਈ ਵੀ ਚੀਜ਼ ਜੋ ਪਾਸਟ ਦੇ ਵਿੱਚ ਹੋਈ, ਲਾਸਟ ਈਅਰ ਕਿਸੇ ਦੀ ਡੈਥ ਹੋਈ ਸੀ, ਲਾਸਟ ਈਅਰ ਪਲਾਸਟਿਕ ਬੈਨ ਹੋਈ ਸੀ, ਲਾਸਟ ਈਅਰ ਕੋਈ ਨਵੀਂ ਕਾਰ ਲਾਂਚ ਹੋਈ ਸੀ, ਸਾਰਾ ਕੁਝ ਕੀ ਆ? ਇਹ ਟੈਂਸ ਆ। ਠੀਕ ਹੈ ਜੀ। ਮੰਡਾਲ ਦੇ ਵਿੱਚ ਕੀ ਆਉਂਦਾ ਵਾ? ਕੋਈ ਵੀ ਤੁਸੀਂ ਕਿਸੇ ਨੂੰ ਸਲਾਹ ਦੇਣੀ ਹੋਵੇ, ਕੋਈ ਕਿਸੇ ਦੀ ਕੈਪੇਬਿਲਿਟੀ ਮਤਲਬ ਕਿਸੇ ਦੀ ਯੋਗਤਾ ਦੱਸਣੀ ਹੋਵੇ ਵੀ ਕੌਣ ਕੀ ਕਰ ਸਕਦਾ, ਆਈ ਕੈਨ ਸਪੀਕ ਇੰਗਲਿਸ਼, परमिशन होगी किसी तो इजाजत लेनी होवे, कंपल्शन किसी की मजबूरी दसनी होवे, पॉसिबिलिटी की कल बारिश हो सकती है या अगले साल इंडिया का एनवायरनमेंट अच्छा हो सकता, समथिंग लाइक दैट। कोई स्ट्रांग एडवाइस देनी होगी कि यू मस्ट स्टडी नाउ, हम तो ਤੁਹਾਨੂੰ ਪੜ੍ਹਨਾ ਹੀ ਪੈਣਾ। ਇਹਦੇ ਵਿੱਚ ਕੀ ਆਇਆ? ਇਹਦੇ ਚ ਆਇਆ ਕਿਸੇ ਦੀ ਸਲਾਹ ਦੇਣੀ ਹੋਵੇ, ਕਿਸੇ ਦੀ ਯੋਗਤਾ ਹੋਵੇ, ਪਰਮਿਸ਼ਨ ਹੋਵੇ। ਰਾਈਟ, ਤੁਸੀਂ ਆ ਸਾਰੀ ਚੀਜ਼ਾਂ ਇੱਕ ਵਾਰ ਰੀਡ ਕਰ ਲਿਓ। ਫਸਟ ਆਫ ਆਲ ਆਪਾਂ ਡਿਸਕਸ ਕਰਦੇ ਹਾਂ ਇਹਨਾਂ ਦੋਨਾਂ ਦਾ ਡਿਫਰੈਂਸ ਕੀ ਆ। ਜਦੋਂ ਮੈਂ ਕੋਈ ਚੀਜ਼ ਟੈਂਸ ਦੇ ਵਿੱਚ ਬੋਲੂੰਗਾ ਕਿ ਲਾਸਟ ਈਅਰ ਕਿਸੇ ਦੀ ਡੈਥ ਹੋਈ ਸੀ, ਮੋਡਾਲ ਦੇ ਵਿੱਚ ਇਹ ਸੈਂਟੈਂਸ ਬਣਨਾ ਨਹੀਂ ਹੈ। ਮੋਡਾਲ ਚਾਹੂਗਾ ਕਿ ਉਹ ਨਹੀਂ ਹੋਣਾ ਚਾਹੀਦਾ ਸੀ। ਹੁਣ ਇਹਦੇ ਵਿੱਚ ਸੈਂਟੈਂਸ ਬਣਿਆ ਕਿ ਪਿਛਲੇ ਸਾਲ ਇੰਡੀਆ ਦੇ ਵਿੱਚ ਸਰਕਾਰ ਨੇ ਪਲਾਸਟਿਕ ਬੈਨ ਕਰਤੀ ਸੀ। ਮੋਡਾਲ ਦੇ ਵਿੱਚ ਸੈਂਟੈਂਸ ਬਣੂਗਾ ਕਿ ਉਹ ਨਹੀਂ ਹੋਣਾ ਚਾਹੀਦਾ ਸੀ। ਇਹਦੇ ਚ ਆ ਗਿਆ ਕਿ ਕੱਲ ਕਿਸੇ ਨੇ ਕੁਝ ਖਾਦਾ ਸੀ, ਇਹਦੇ ਚ ਆ ਗਿਆ ਕਿ ਉਹ ਨਹੀਂ ਖਾਣਾ ਚਾਹੀਦਾ ਸੀ। ਇਹਦੇ ਵਿੱਚ ਜੋ ਕੁਝ ਹੋ ਗਿਆ, ਜੋ ਕੁਝ ਹੋਈ ਜਾਂਦਾ ਵਾ, ਜਾਂ ਜੋ ਫਿਊਚਰ ਦੇ ਵਿੱਚ ਅੱਗੇ ਜਾ ਕੇ ਗੱਲਾਂ ਹੋਣਗੀਆਂ, ਚਾਹੇ ਉਹ ਚੰਗੀਆਂ ਨੇ ਚਾਹੇ ਉਹ ਮਾੜੀਆਂ ਨੇ, ਇਰਰਿਸਪੈਕਟਿਵ, ਬਸ ਉਹ ਤੁਸੀਂ ਚੀਜ਼ਾਂ ਸਾਰੀਆਂ ਟੈਂਸ ਦੇ ਵਿੱਚ ਆਉਣੀਆਂ। ਟੈਂਸ ਕਿਉਂ ਬਣੇ ਨੇ? ਜੋ ਵੀ ਇਵੈਂਟਸ ਆ ਉਹਨਾਂ ਨੂੰ ਡਿਸਕ੍ਰਾਈਬ ਕਰਨ ਲਈ। ਮੋਡਾਲ ਕਿਉਂ ਬਣੇ ਨੇ? ਇਹ ਉਹਨਾਂ ਦੀ ਕਮੈਂਟ ਕਰਨ ਦੇ ਲਈ ਕੀ ਇਹ ਹੋਣਾ ਚਾਹੀਦਾ ਸੀ। ਅਗਲੇ ਸਾਲ ਮੰਨ ਲਓ ਇੰਡੀਆ ਦੀ ਜਿਹੜੀ ਸਰਕਾਰ ਆ, ਹੁਣ ਜਿਵੇਂ ਕਹਿ ਰਿਹਾ ਕਿ ਇੰਡੀਆ ਦੇ ਵਿੱਚ ਕੋਈ ਚੀਜ਼ ਇਲੀਗਲ ਆ, ਉਹਨੂੰ ਲੀਗਲ ਕਰਨ ਲੱਗਿਆ। ਠੀਕ ਹੈ, ਇਹ ਆਏਗਾ ਟੈਂਸ ਦੇ ਵਿੱਚ ਕੀ ਕਰਨ ਲੱਗਿਆ। ਮੋਡਾਲ ਦੇ ਵਿੱਚ ਕੀ ਆਏਗਾ? ਕੀ ਉਹ ਹੋਣਾ ਚਾਹੀਦਾ ਵਾ ਜਾਂ ਨਹੀਂ ਹੋਣਾ ਚਾਹੀਦਾ। ਆਮ ਸ਼ੋਰ ਤੁਸੀਂ ਇੱਥੋਂ ਤੱਕ ਮਤਲਬ ਸਮਝ ਗਏ ਹੋਵੋਗੇ। 12 ਹੈਗੇ ਨੇ ਆਪਣੇ ਐਕਟਿਵ ਐਂਡ ਪਲੱਸ 8 ਹੈਗੇ ਨੇ ਆਪਾਂ ਪੈਸਿਵ। ਆਪਾਂ ਪੂਰੇ ਧਿਆਨ ਨਾਲ ਸਿੱਖਣੇ ਨੇ। ਠੀਕ ਹੈ, ਐਕਟਿਵ ਵੀ ਸਿੱਖਣੇ ਪੂਰੀ ਜ਼ਰੂਰੀ ਆ ਐਂਡ ਪੈਸਿਵ ਵੀ। ਐਕਟਿਵ ਕਿਵੇਂ ਬਣਾਵਾਂਗੇ? ਸਬਜੈਕਟ ਪਲੱਸ ਵਰਬ ਦੀ ਫਾਰਮ ਦੋ ਅਲੱਗ-ਅਲੱਗ ਪੈਣਗੀਆਂ, ਇੱਕ ਚ ਸੈਕੰਡ ਪਾਏਗੀ, ਇੱਕ ਚ ਫਰਸਟ ਤੇ ਫਿਫਥ ਪਾਏਗੀ, ਪਲੱਸ ਆਬਜੈਕਟ। ਦੋ ਤਾਂ ਡੇਲੀ ਤੋਂ ਬਣਦੀਆਂ, 10 ਤਾਂ ਡੇਲੀ ਵਾਲੀ ਇਨਫੋਰਮੇਸ਼ਨ ਨਾਲ ਬਣਦੀਆਂ, ਐਂਡ ਇਧਰਲੀ ਸਾਈਡ ਪੈਸਿਵ ਸਿਰਫ 80 ਬਣਦੇ ਹੁੰਦੇ ਆ, ਉਹ ਇਹਨਾਂ ਬਣਦੇ। ਠੀਕ ਹੈ ਜੀ, ਸਬਜੈਕਟ ਵਰਬ ਦੀ ਫਾਰਮ ਆਬਜੈਕਟ। ਇਹਦੀ ਅੱਗੇ ਜਾ ਕੇ ਮੈਂ ਤੁਹਾਨੂੰ ਐਕਸਪਲੇਨ ਕਰਨਾ। ਚਲੋ ਜੀ, ਆਪਾਂ ਟੈਂਸ ਦੇ ਬਾਰੇ ਜਾਣਿਆ ਹੈ ਹਜੇ ਤੱਕ। ਇੱਥੋਂ ਰਿਦਮ ਖਰਾਬ ਹੋ ਗਈ, ਚਲੋ ਚੱਲੀ ਜਾਂਦੇ ਇਹਦੇ ਵਿੱਚ ਹੀ, ਰੋਕੀ ਤਾਂ ਨਹੀਂ ਹੈਗੀ, ਗਗਨ ਆਪੇ ਕੱਟ ਲੂਗਾ। ਠੀਕ ਹੈ ਜੀ, ਓਕੇ। ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਟੈਂਸ ਦੇ ਵਿੱਚ ਜੋ ਵੀ ਕੁਝ ਹੁੰਦਾ ਪਿਆ ਵਾ, ਜੋ ਵੀ ਕੁਝ ਅੱਗੇ ਜਾ ਕੇ ਹੋਊਗਾ ਜਾਂ ਪਾਸਟ ਦੇ ਵਿੱਚ ਜੋ ਵੀ ਗੱਲਾਂ ਹੋ ਗਈਆਂ, ਉਹ ਸਾਰਾ ਕੁਝ ਆ ਗਿਆ ਟੈਂਸ ਦੇ ਵਿੱਚ। ਉਹ ਚੰਗੀਆਂ ਸੀ, ਉਹ ਮਾੜੀਆਂ ਸੀ, ਤੇ ਕਮੈਂਟ ਕਿਵੇਂ ਕਰਾਂਗੇ ਆਪਾਂ? ਮੋਡਾਲ ਦੇ ਰੂਪ ਦੇ ਵਿੱਚ। ਠੀਕ ਹੈ ਜੀ। ਫੋਰ ਐਗਜ਼ਾਮਪਲ ਕੋਈ ਬੰਦਾ ਆਪਣਾ ਟਾਈਮ ਖਰਾਬ ਕਰੀ ਜਾ ਰਿਹਾ ਵਾ, ਇਹ ਕੀ ਆ? ਇਹ ਹੈਗਾ ਇੱਕ ਟੈਂਸ। ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ, ਉਹ ਹੈਗਾ ਦੂਸਰਾ। ਤੁਸੀਂ ਇੰਸਟਾਗ੍ਰਾਮ ਤੇ ਟਾਈਮ ਖਰਾਬ ਕਰੀ ਜਾਂਦੇ ਹੋ, ਇਹ ਹੈਗਾ ਟੈਂਸ। ਤੁਹਾਨੂੰ ਉਹਨੂੰ ਅਨਇੰਸਟਾਲ ਕਰ ਦੇਣਾ ਚਾਹੀਦਾ ਵਾ, ਦੈਟ ਇਜ਼ ਮੋਡਾਲ। ਰਾਈਟ, ਇਦਾਂ ਦੀਆਂ ਕੁਝ ਚੀਜ਼ਾਂ। ਅੱਗੇ ਆ ਜਾਂਦੇ ਆ ਸਿੰਪਲ ਸੈਂਟੈਂਸ। ਸਿੰਪਲ ਸੈਂਟੈਂਸ ਵੈਸੇ ਤਾਂ ਸਾਰਿਆਂ ਨੂੰ ਆਉਂਦੇ ਹੁੰਦੇ ਆ। ਸਿੰਪਲ ਦੇ ਵਿੱਚ ਆਪਾਂ ਦੋ ਗੱਲਾਂ ਕਰਦੇ ਆ, ਜਾਂ ਤਾਂ ਆਪਾਂ ਕਿਸੇ ਦਾ ਸਟੇਟਸ ਦੱਸਦੇ ਆ, ਜਾਂ ਆਪਾਂ ਉਹਦੀ ਪੋਜੀਸ਼ਨ। ਸਟੇਟਸ ਮਤਲਬ ਕਿ ਉਹ ਬੰਦਾ ਜਾਂ ਉਹ ਚੀਜ਼ ਕਿੱਦਾਂ ਦੀ ਆ। ਫੋਰ ਐਗਜ਼ਾਮਪਲ ਆਪਾਂ ਕਹਿ ਦਿੰਦੇ ਆ the song was romantic, ਗਾਣਾ ਕਿੱਦਾਂ ਦਾ ਸੀਗਾ? ਰੋਮਾਂਟਿਕ ਸੀ। the song was sad, ਗਾਣੇ ਦਾ ਸਟੇਟਸ ਕੀ ਸੀਗਾ? ਰੋਮਾਂਟਿਕ ਸੀ। ਰੋਮਾਂਟਿਕ ਸੀ, ਬੀਟ Song ਸੀ, ਫਾਸਟ ਸੀ, ਸਲੋ ਸੀ। ਇਹ ਕਿਸੇ ਬੰਦੇ ਦਾ ਹੋ ਸਕਦਾ, ਕਿਸੇ ਗਾਣੇ ਦਾ ਸਟੇਟਸ ਹੋ ਗਿਆ। ਠੀਕ ਹੈ ਜੀ। ਅੱਗੇ ਜਾ ਕੇ ਕਿਸੇ ਇਨਸਾਨ ਦਾ ਸਟੇਟਸ ਆ ਗਿਆ। ਉਸ ਇਨਸਾਨ ਦਾ ਸਟੇਟਸ ਕੀ ਹੋਏਗਾ? ਪੜ੍ਹਿਆ ਲਿਖਿਆ ਹੋ ਗਿਆ, ਅਨਪੜ੍ਹ ਹੋ ਗਿਆ, ਐਜੂਕੇਟਡ ਹੋ ਗਿਆ, ਅਨਐਜੂਕੇਟਡ ਹੋ ਗਿਆ, ਟਾਲ ਹੋ ਗਿਆ, ਸ਼ਾਰਟ ਹੋ ਗਿਆ, ਸਮਾਲ ਹੋ ਗਿਆ, ਕੋਈ ਇਦਾਂ ਦੀਆਂ ਚੀਜ਼ਾਂ। ਰਾਈਟ, ਬਿਊਟੀਫੁਲ ਹੋ ਗਿਆ, ਕੁਝ ਉਦਾਂ ਦੀਆਂ ਚੀਜ਼ਾਂ। ਰਾਈਟ, ਸੋ ਇੱਥੇ ਇਨਸਾਨਾਂ ਦੇ ਸਟੇਟਸ ਤੇ ਚੀਜ਼ਾਂ ਦੇ ਸਟੇਟਸ ਪੈਣੀਆਂ। ਫੋਰ ਐਗਜ਼ਾਮਪਲ ਮੈਂ ਕਹਿ ਸਕਦਾ ਮਾਈ ਮੋਬਾਈਲ ਫੋਨ ਇਜ਼ ਵੈਰੀ ਫਾਸਟ। ਇਹਦਾ ਮਤਲਬ ਕੀ ਹੈ? ਮੇਰਾ ਮੋਬਾਈਲ ਫੋਨ ਬਹੁਤ ਤੇਜ਼ ਹੈ। ਪਰ ਬੱਚਿਆਂ ਨੂੰ ਨਾ ਸਿਰਫ ਇੱਥੋਂ ਤੱਕ ਦੇ ਚੀਪ ਸੈਂਟੈਂਸ ਹੀ ਬਣ ਰਹੇ ਆ, ਇਹ ਤੋਂ ਅੱਗੇ ਵੀ ਸੈਂਟੈਂਸ ਬਣ ਸਕਦੇ ਆ। ਲਾਈਕ ਦ ਲੈਵਲ ਆਫ ਪੋਲੂਸ਼ਨ ਇਜ਼ ਵੈਰੀ ਹਾਈ। ਪੋਲੂਸ਼ਨ ਦਾ ਲੈਵਲ ਬਹੁਤ ਜ਼ਿਆਦਾ ਹਾਈ ਆ।
द प्राइवेट व्हीकल्स आर वेरी कंफर्टेबल। प्राइवेट व्हीकल ਦਾ ਸਟੇਟਸ ਕੀ ਬਣ ਗਿਆ ਕੰਫਰਟੇਬਲ, ਰਾਈਟ। ਇਹ ਹੋ ਗਿਆ ਸਟੇਟਸ ਦੇ ਸੈਂਟੈਂਸ। ਤੁਸੀਂ ਜੋ ਵੀ ਕੋਈ ਚੀਜ਼ ਆ ਉਹਨੂੰ ਐਡਜੈਕਟਿਵ ਲਗਾ ਕੇ ਦੱਸਣਾ ਵੀ ਉਹ ਕਿੱਦਾਂ ਦੀ ਆ। ਇਹਦੇ ਵਿੱਚ देयर विल बी नो ਫਾਰਮ ਆਫ ਵਰਬ, ਕੋਈ ਵਰਬ ਦੀ ਫਾਰਮ ਨਹੀਂ ਆਏਗੀ। ਇਹਦੇ ਵਿੱਚ ਵਰਬ ਦੀ ਫਾਰਮ ਪਈ ਇਦਾਂ ਹੋਣਾ ਚਾਹੀਦਾ ਹੈ, ਇਹਦੇ ਵਿੱਚ ਵਰਬ ਦੀ ਫਾਰਮ ਪਈ ਹਾਂਜੀ ਇਦਾਂ ਹੋ ਹੀ ਜਾਂਦਾ ਹੈ, ਇਹਦੇ ਵਿੱਚ ਵਰਬ ਦੀ ਫਾਰਮ ਕੋਈ ਵੀ ਨਹੀਂ ਆਏਗੀ, ਠੀਕ ਹੈ। ਫॉर एग्जांपल ਕਹਿ ਸਕਦੇ ਹਾਂ ਯੈਸਟਰਡੇ ਵਾਸ ਵੈਰੀ ਬਿਜ਼ੀ, ਕੱਲ ਦਾ ਦਿਨ ਬਹੁਤ ਬਿਜ਼ੀ ਸੀ। ਮੈਂ ਕੁਝ ਕੀਤਾ ਨਹੀਂ, ਤੁਸੀਂ ਕੁਝ ਕੀਤਾ ਨਹੀਂ। ਹਾਂ ਹੋ ਸਕਦਾ ਕੁਝ ਐਕਟੀਵਿਟੀਜ਼ ਕੀਤੀਆਂ ਸੀ ਉਹਨਾਂ ਕਰਕੇ ਬਿਜ਼ੀ ਹੋ ਗਿਆ, ਪਰ ਉਹ ਹੋਰ ਸੈਂਟੈਂਸ ਸੀ। ਇਹਦੇ ਵਿੱਚ ਸਿਰਫ ਮੈਂ ਕੱਲ ਦਾ ਦਿਨ ਬਿਜ਼ੀ ਸੀ ਜਸ। ਦੂਸਰਾ ਇਹਦੇ ਵਿੱਚ ਸੈਂਟੈਂਸ ਬਣਦੇ ਨੇ ਥਿੰਗਸ ਨਾਲ, ਜਿਵੇਂ ਕਹਿ ਸਕਦੇ ਆ I have two laptops, ਮੇਰੇ ਕੋਲ ਦੋ ਲੈਪਟਾਪਸ ਨੇ। ਕਿਹਦੇ ਚੋਂ ਸੈਂਟੈਂਸ ਨਿਕਲਿਆ ਇਹ ਸਿੰਪਲ ਦੀ ਸੈਕੰਡ ਕੈਟਾਗਰੀ ਦੇ ਵਿੱਚੋਂ which belongs to possession, ਠੀਕ ਹੈ ਜੀ। ਗਵਰਨਮੈਂਟ ਹੈਜ਼ ਮੈਨੀ ਰਿਸਪੌਂਸਿਬਿਲਿਟੀ, ਸਰਕਾਰ ਕੋਲੇ ਹੈਗੀਆਂ ਨੇ ਮੈਨੀ ਰਿਸਪੌਂਸਿਬਿਲਿਟੀ। ਇਹਦੇ ਵਿੱਚ ਦੋ ਬਣਨਗੇ। ਜੇ ਇਹਦੇ ਵਿੱਚੋਂ ਹੈਲਪਿੰਗ ਵਰਬ ਨਾ ਬਣਾਵਾਂਗੇ ਆਪਾਂ, ਇਹ ਟੈਂਸ ਨੂੰ ਬਿਲੋਂਗ ਕਰਨਗੇ। ਇਹ ਬਣਨਗੇ ਤੁਹਾਡੇ ਸ਼ਾਰਟ ਤੇ ਜੇ ਤੁਸੀਂ ਇਹਦੇ ਵਿੱਚੋਂ ਬਣਾਓਗੇ ਮੋਡਲ ਵਰਬ ਤੋਂ ਇਹ ਤੁਹਾਡੇ ਅਨਸ਼ੋਰ ਬਣਨਗੇ ਸੁਜੈਸ਼ਨ ਵਗੈਰਾ ਚੀਜ਼ਾਂ। ਦੋ ਐਗਜ਼ਾਮਪਲਾਂ ਦਿੰਦਾ। I have two laptops ਦਾ ਮਤਲਬ ਹੈਗਾ ਮੇਰੇ ਕੋਲ ਹੈਗੀ ਆ। I can have ਦਾ ਮਤਲਬ ਆ ਮੇਰੇ ਕੋਲੇ ਹੋ ਸਕਦੀ ਆ। I should have ਦਾ ਮਤਲਬ ਆ ਮੇਰੇ ਕੋਲੇ ਹੋਣੇ ਚਾਹੀਦੇ ਆ। ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉੱਥੇ ਅਗਲੇ ਨੂੰ ਕੀ ਕਹਿਣਾ ਕਿ ਮੇਰੇ ਕੋਲ ਦੋ ਲੈਪਟਾਪ ਹੈਗੇ ਆ ਜਾਂ ਯਾਰ ਮੇਰਾ ਕੰਮ ਬਹੁਤ ਜ਼ਿਆਦਾ ਮੇਰੇ ਕੋਲ ਤਾਂ ਦੋ ਲੈਪਟਾਪ ਹੋਣੇ ਚਾਹੀਦੇ ਆ ਜਾਂ ਉਹ ਬੰਦੇ ਕੋਲੇ ਦੋ ਲੈਪਟਾਪ ਹੋ ਸਕਦੇ ਆ। ਸੋ ਆਪਾਂ ਹਰ ਇੱਕ ਚੀਜ਼ ਨੂੰ ਇੰਗਲਿਸ਼ ਵਿੱਚ ਲਿਖਣਾ ਸਿੱਖਣਾ ਹੁੰਦਾ ਵਾ। ਮੈਂ ਇਹਦੇ ਵਿੱਚ ਕੁਝ ਜ਼ਿਆਦਾ ਚੀਜ਼ਾਂ ਨਹੀਂ ਸਮਝਾ ਰਿਹਾ, ਅੱਗੇ ਜਾ ਕੇ ਵੀਡੀਓ ਸੁਣਨੀਆਂ 14 ਜਿਹਦੇ ਵਿੱਚ ਐਵਰੀਥਿੰਗ ਵਿਲ ਬੀ ਐਕਸਪਲੇਨਡ ਇਨ ਡੀਟੇਲ। ਬਸ ਇਹਦੇ ਵਿੱਚ ਤੁਸੀਂ ਨਾਰਮਲ ਇਹ ਚੀਜ਼ਾਂ ਸਮਝਣੀਆਂ ਕਿ ਸਿੰਪਲ ਸੈਂਟੈਂਸ ਕਿਹੜੇ ਹੁੰਦੇ ਆ, ਮੋਡਲ ਕਿਹੜੇ ਹੁੰਦੇ ਆ ਐਂਡ ਟੈਂਸ ਕਿਹੜੇ ਹੁੰਦੇ ਆ। ਕੋਈ ਵੀ ਬੰਦੇ ਨੇ ਮੰਨ ਲਓ ਕੱਲ ਮੈਂ ਕੋਈ ਨਵਾਂ ਫੋਨ ਖਰੀਦ ਲਿਆ, ਉਹ ਆਏਗਾ ਟੈਂਸ ਦੇ ਵਿੱਚ। ਮੈਨੂੰ ਉਹ ਨਹੀਂ ਖਰੀਦਣਾ ਚਾਹੀਦਾ ਸੀ ਜਾਂ ਮੈਨੂੰ 2 ਦਿਨ ਪਹਿਲਾਂ ਖਰੀਦਣਾ ਚਾਹੀਦਾ ਸੀ, ਉਹ ਕੰਮ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਉਹ ਨਿਕਲੂਗੀ ਮੋਡਲ ਦੇ ਵਿੱਚੋਂ। ਐਂਡ ਸਿੰਪਲ ਸੈਂਟੈਂਸ ਦੇ ਵਿੱਚੋਂ ਉਹ ਮੋਬਾਈਲ ਫੋਨ ਕਿੱਦਾਂ ਦਾ ਵਾ, that mobile phone has many feature, ਉਹ ਚ ਫੀਚਰ ਬਹੁਤ ਜ਼ਿਆਦਾ ਨੇ, ਉਹ ਚੀਜ਼ਾਂ ਨਿਕਲਦੀਆਂ। ਇਹਦੇ ਵਿੱਚੋਂ ਸਿਰਫ 3 ਮੋਟੀਆਂ ਗੱਲਾਂ ਸਮਝ ਲਓ, ਠੀਕ ਹੈ। ਕੁਐਸਚਨ ਮੈਂ ਤੁਹਾਡੇ ਤੋਂ 4 ਤੋਂ 5 ਸੈਂਟੈਂਸ ਪੁੱਛਦਾ ਵਾਂ, ਤੁਸੀਂ ਉਹਦੇ ਤੋਂ ਬਾਅਦ ਇਹਨਾਂ ਨੂੰ ਸੋਚਣਾ ਵਾ ਵੀ ਇਹ ਟੈਂਸ ਤੋਂ ਬਿਲੋਂਗ ਕਰਦੇ ਆ ਜਾਂ ਮੋਡਲ ਤੋਂ ਜਾਂ ਫਿਊਚਰ ਤੋਂ। ਪਹਿਲਾ ਸੈਂਟੈਂਸ ਲਾ ਲਓ ਕਿ ਸਰਕਾਰ ਨੇ ਪਿਛਲੇ ਸਾਲ এনवायरमेंट ਨੂੰ ਠੀਕ ਕਰਨ ਲਈ ਬਹੁਤ ਜ਼ਿਆਦਾ ਕਦਮ ਚੱਕੇ। ਸਰਕਾਰ ਨੇ ਪਿਛਲੇ ਸਾਲ এনवायरमेंट ਨੂੰ ਠੀਕ ਕਰਨ ਲਈ ਬਹੁਤ ਜ਼ਿਆਦਾ ਕਦਮ ਚੱਕੇ, ਠੀਕ ਹੈ ਜੀ। ਇਹ ਸੈਂਟੈਂਸ ਸੀ ਟੈਂਸ ਦੇ ਵਿੱਚੋਂ, ਕਿਉਂਕਿ ਇਹਦੇ ਵਿੱਚ ਕੋਈ ਕਿਸੇ ਦੀ ਕੈਪੇਬਿਲਿਟੀ ਐਡਵਾਈਸ ਨਾ ਕਿਸੇ ਨੇ ਸਲਾਹ ਦਿੱਤੀ ਆ, ਨਾ ਕਿਸੇ ਦੀ ਯੋਗਤਾ, ਨਾ ਕਿਸੇ ਤੋਂ ਪਰਮਿਸ਼ਨ, ਨਾ ਕੋਈ ਮਜਬੂਰੀ, ਨਾ ਕੋਈ ਇਹਦੇ ਵਿੱਚ ਪੋਸਿਬਿਲਿਟੀ, ਨਾ ਕੋਈ ਸਟਰੋਂਗ ਐਡਵਾਈਸ। ਇਹਦੇ ਚੋਂ ਕੁਝ ਵੀ ਨਹੀਂ ਨਿਕਲਿਆ, ਠੀਕ ਹੈ। ਇਹ ਸੈਂਟੈਂਸ ਨੂੰ ਘੁਮਾ ਕੇ ਮੋਡਲ ਦੇ ਵਿੱਚ ਲੈ ਕੇ ਆਉਂਦੇ ਆ। ਸਰਕਾਰ ਨੂੰ ਪਿਛਲੇ ਸਾਲ ਬਹੁਤ ਜ਼ਿਆਦਾ ਸਖਤ ਕਦਮ ਚੱਕਣੇ ਚਾਹੀਦੇ ਸੀ। ਹੁਣ ਕਿਹਦੇ ਵਿੱਚੋਂ ਆ ਗਿਆ ਇਹ ਸੈਂਟੈਂਸ ਮੋਡਲ ਦੇ ਵਿੱਚੋਂ। ਚਾਹੀਦੇ ਨੂੰ ਨਹੀਂ ਫੜਨਾ, ਤੁਸੀਂ ਦੇਖਣਾ ਕਿ ਸਲਾਹ ਦਿੱਤੀ ਜਾ ਰਹੀ ਹੈ ਕਿਸੇ ਨੂੰ। ਹੁਣ ਸੇਮ ਸੈਂਟੈਂਸ ਇਹ ਐਕਸ਼ਨਸ ਬਹੁਤ ਜ਼ਿਆਦਾ ਵਧੀਆ ਨੇ, ਹੁਣ ਕੋਈ ਕੰਮ ਨਹੀਂ ਹੋ ਰਿਹਾ, ਫਿਰ ਇਹ ਨਿਕਲਿਆ ਸਟੇਟਸ ਦੇ ਵਿੱਚੋਂ। ਹੁਣ ਅਗਲਾ ਸੈਂਟੈਂਸ ਸੀ ਇਹਨਾਂ ਐਕਸ਼ਨਾਂ ਦੇ ਬਹੁਤ ਜ਼ਿਆਦਾ ਫਾਇਦੇ ਹਨ, ਉਹ ਨਿਕਲ ਗਿਆ ਪੋਜੈਸ਼ਨ ਦੇ ਵਿੱਚੋਂ, ਠੀਕ ਹੈ ਜੀ। ਇਦਾਂ ਹੀ ਕਰਕੇ ਤੁਸੀਂ ਅੱਗੇ ਆਪਣੇ ਸੈਂਟੈਂਸ ਬਣਾ ਸਕਦੇ ਆ। If you want to clear IELTS in the first shot, make sure ਤੁਹਾਨੂੰ ਸਾਰੇ ਸੈਂਟੈਂਸ ਅੱਛੇ ਤਰੀਕੇ ਨਾਲ ਆਉਂਦੇ ਹੋਣ ਐਂਡ ਇਹਨਾਂ ਦੇ ਵੀ ਐਕਟਿਵ ਐਂਡ ਪੈਸਿਵ ਵਰਸਸ। ਨਹੀਂ ਤਾਂ ਤੁਸੀਂ ਸ਼ੀ ਕਰੀ ਜਾਓਗੇ, ਉਹ ਤੋਂ ਪਤਾ ਲੱਗ ਜਾਣਾ ਕਿ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਿਆ ਹੋਇਆ ਵਾ। ਸੋ ਐਕਟਿਵ ਵੀ ਸਿੱਖੋ, ਕੁਝ ਪੈਸਿਵ ਵੀ ਸਿੱਖੋ। ਅੱਗੇ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਕਲੀਅਰ ਕਰੂੰਗਾ। ਫਿਲਹਾਲ ਦੇ ਲਈ ਸਿਰਫ 3 ਚੀਜ਼ਾਂ ਸਮਝਾਉਣੀਆਂ ਸੀ ਕਿ ਸਿੰਪਲ ਸੈਂਟੈਂਸ ਕਿਹੜੇ ਹੁੰਦੇ ਨੇ, ਮੋਡਲਸ ਕਿਹੜੇ ਹੁੰਦੇ ਨੇ ਐਂਡ ਟੈਂਸ ਕਿਹੜੇ ਹੁੰਦੇ ਨੇ। ਉਹਨਾਂ ਨੇ ਕਿਉਂ ਟੈਂਸ ਬਣਾਏ ਆ, ਸੋ ਦੈਟ ਆਪਾਂ ਡੇਲੀ ਰੋਜ਼ਾਨਾ ਦੀਆਂ ਗੱਲਾਂ ਦੱਸ ਸਕੀਏ ਦੂਸਰਿਆਂ ਨੂੰ। ਇਹ ਗੱਲ ਦੱਸਿਆ ਸੋ ਦੈਟ ਆਪਾਂ ਆਪਣੀ ਪੋਸਿਬਿਲਿਟੀ, ਮੈਨੂੰ ਆਉਂਦਾ ਕੀ ਆ, ਤੁਹਾਨੂੰ ਕੀ ਕਰਨਾ ਚਾਹੀਦਾ, ਐਡਵਾਈਸ ਹੋ ਗਏ। ਐਂਡ ਤੀਸਰੇ ਨੰਬਰ ਤੇ ਸਿੰਪਲ ਸੈਂਟੈਂਸ ਕਿਉਂ ਬਣਾਏ ਆ, ਚੇਅਰਸ ਪਈਆਂ ਨੇ, ਸਟੂਡੈਂਟਸ ਨੇ, ਕਿਸੇ ਬੰਦੇ ਦਾ ਸਟੇਟਸ ਦੱਸਿਆ ਜਾ ਸਕੇ, ਉਹ ਚੰਗਾ ਵਾ ਉਹ ਮਾੜਾ ਵਾ, ਚੇਅਰ ਚੰਗੀ ਆ ਉਹ ਮਾੜੀ ਆ, ਕੋਈ ਮੋਬਾਈਲ ਫੋਨ ਦਾ ਸਟੇਟਸ ਹੋ ਗਿਆ, ਕਿਸੇ ਸੌਫਟਵੇਅਰ ਦਾ ਸਟੇਟਸ ਹੋ ਗਿਆ। ਐਂਡ ਪੋਜੈਸ਼ਨ ਦਾ ਮਤਲਬ ਕੀ ਆ, ਮੇਰੇ ਕੋਲ ਕੀ ਆ, ਇਸ ਮੋਬਾਈਲ ਫੋਨ ਦੇ ਵਿੱਚ ਕੀ ਆ, ਉਹ ਸਟੂਡੈਂਟ ਕੋਲ ਕੀ ਆ, ਇਸ ਰੂਮ ਦੇ ਵਿੱਚ ਕੀ ਆ। ਐਵਰੀਥਿੰਗ ਇਜ਼ ਕਵਰਡ ਇਨ ਪੋਜੈਸ਼ਨ। ਇਹ ਸਾਰਾ ਕੁਝ ਇਹਦੇ ਵਿੱਚ ਕਵਰ ਕੀਤਾ ਜਾਂਦਾ ਪੋਜੈਸ਼ਨ ਵਾਲੇ ਸੈਗਮੈਂਟ ਦੇ ਵਿੱਚ। ਫੋਰ ਐਗਜ਼ਾਮਪਲ ਟੈਂਸ ਦੀ ਕਿੰਨੀ ਕੁ ਰੀਚ ਆ, ਜਿਵੇਂ ਆਪਾਂ ਸੈਂਟੈਂਸ ਬਣਾਈਏ, ਸਬਜੈਕਟ ਹੋ ਗਿਆ ਦੀ ਗਵਰਨਮੈਂਟ, ਮੇਡ ਹੋ ਗਿਆ ਇਹਦੇ ਵਿੱਚ ਵਰਬ ਦੀ ਸੈਕੰਡ ਫਾਰਮ ਐਂਡ ਸਟ੍ਰਿਕਟ ਰੂਲਸ ਹੋ ਗਿਆ ਇਹਦੇ ਵਿੱਚ ਆਬਜੈਕਟ। ਇਹ ਕਿੱਥੋਂ ਤੱਕ ਜਾ ਸਕਦਾ ਕਿ ਦੀ ਗਵਰਨਮੈਂਟ ਮੇਡ ਸਟ੍ਰਿਕਟ ਰੂਲਸ, ਗਵਰਨਮੈਂਟ ਨੇ ਸਟ੍ਰਿਕਟ ਰੂਲ ਬਣਾਏ ਸੀ, ਇਹਦਾ ਵੱਧ ਤੋਂ ਵੱਧ ਪੈਸਿਵ ਬਣ ਜਾਊਗਾ।
ਜਾਂ ਇਹਨੂੰ ਆਪਾਂ ਪ੍ਰੈਜ਼ੈਂਟ ਦੇ ਵਿੱਚ ਲਿਆਵਾਂਗੇ ਉਹਦੇ ਚ ਆ ਜਾਊਗਾ ਕਿ ਗਵਰਨਮੈਂਟ ਮੇਕਸ ਸਟ੍ਰਿਕਟ ਰੂਲਸ, ਕੁਝ ਬਣ ਉਹਦੀ ਪੰਜਾਬੀ ਹੋ ਜਾਊਗੀ ਕਿ ਸਰਕਾਰ ਸਟ੍ਰਿਕਟ ਰੂਲ ਬਣਾਉਂਦੀ ਹੈ। ਅੱਗੇ ਬਣ ਜਾਊਗਾ ਇੱਥੇ ਵਿਲ ਮੇਕ, ਉਹ ਫਿਊਚਰ ਦੇ ਵਿੱਚ ਚਲਿਆ ਜਾਊਗਾ, ਪਾਸਟ ਪ੍ਰੈਜ਼ੈਂਟ ਫਿਊਚਰ, ਬਸ ਇੰਨੀ ਕੀ ਆ। ਹੁਣ ਜੇ ਆਪਾਂ ਮੋਡਲ ਦੇ ਵਿੱਚ ਆ ਜਾਵਾਂਗੇ ਉਹਦੇ ਚ ਕੀ ਆ ਜਾਊਗਾ ਸਰਕਾਰ ਨੂੰ ਚਾਹੀਦਾ ਹੈ ਉਹ ਸਟ੍ਰਿਕਟ ਰੂਲ ਬਣਾਵੇ, ਸਰਕਾਰ ਬਣਾ ਸਕਦੀ ਹੈ, ਸਰਕਾਰ ਮੇ ਦੇ ਨਾਲ ਪੋਸਿਬਿਲਿਟੀ ਵੀ ਨਿਕਲਦੀ ਹੁੰਦੀ ਹੈ, ਸਰਕਾਰ ਸ਼ਾਇਦ ਉਹ ਬਣਾ ਦੇ। ਹੈਡ ਟੂ ਮਤਲਬ ਬਣਾਉਣੇ ਪਏ ਸਰਕਾਰ ਨੂੰ, ਹੈਜ਼ ਟੂ ਮਤਲਬ ਦ ਗਵਰਨਮੈਂਟ ਹੈਜ਼ ਟੂ ਬਣਾਉਣੇ ਪੈਂਦੇ ਆ, ਵਿਲ ਹੈਵ ਟੂ ਬਣਾਉਣੇ ਪੈਣਗੇ, ਮਸਟ ਮਤਲਬ ਸਰਕਾਰ ਨੂੰ ਪੱਕਾ ਹੀ ਸਖਤ ਕਦਮ ਚੱਕਣੇ ਪੈਣਗੇ। ਇਹਦੇ ਚ ਇਹ ਵੈਰਾਈਟੀ ਆ ਜਾਂਦੀ ਆ। ਇਹਦੇ ਚ ਤਾਂ ਸਿਰਫ ਇਦਾਂ ਹੀ ਸੀ ਜਾਂ ਤਾਂ ਬਣਾਦੇ ਜਾਂ ਬਣਾਉਂਦੀ ਹੈ ਜਾਂ ਫਿਊਚਰ ਦੇ ਵਿੱਚ ਜਾ ਕੇ ਬਣਾ ਦੇਗੀ। ਇਹਦੇ ਚ ਆਪਾਂ ਜ਼ਿਆਦਾ ਖੇਡ ਨਹੀਂ ਸਕਦੇ, ਇਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਪਰ ਇਹ ਵੀ ਟਿਕਾ ਕੇ ਸਿੱਖਣ ਦੀ ਜ਼ਰੂਰਤ ਆ ਐਂਡ ਇਹ ਵੀ। ਐਂਡ ਇਹਦੇ ਵਿੱਚ ਕੀ ਹੋਊਗਾ ਸਟ੍ਰਿਕਟ ਰੂਲਸ ਬਹੁਤ ਜ਼ਿਆਦਾ ਜ਼ਰੂਰੀ ਹਨ। ਸਟੇਟਸ ਕੀ ਪੈ ਗਿਆ ਇੰਪੋਰਟੈਂਟ, ਸਟ੍ਰਿਕਟ ਰੂਲਸ ਦੇ ਬਹੁਤ ਜ਼ਿਆਦਾ ਫਾਇਦੇ ਹਨ। ਸਟ੍ਰਿਕਟ ਰੂਲ ਦੇ ਕੋਲੇ ਪੋਜੈਸ਼ਨ ਕਾਦੀ ਆ ਗਈ ਮੈਨੀ ਬੈਨੀਫਿਟਸ ਦੀ, ਠੀਕ ਹੈ। ਇੱਥੋਂ ਤੱਕ ਸਾਰਿਆਂ ਦੀ ਰੀਚ ਆ ਐਂਡ ਇਹ ਕਿਸੇ ਨੂੰ ਅੰਡਰ ਐਸਟੀਮੇਟ ਨਾ ਕਰਿਓ। ਮੰਨ ਲਓ ਤੁਹਾਡੇ ਵਾਲੇ ਚ ਮੰਡਾਲ ਦੇ ਪੈਸੇ ਵੀ ਹੈ ਨਹੀਂਗੇ, ਫਿਰ ਤੁਹਾਡਾ ਪਤਾ ਲੱਗ ਜਾਣਾ। ਜਿਹੜਾ ਬੰਦਾ ਪੜ੍ਹਦਾ ਪਿਆ ਵਾ ਨਾ ਉਹਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਇੱਕੋ ਹੀ ਤਰੀਕੇ ਦੇ ਬੋਰਿੰਗ ਹੋ ਜਾਂਦਾ ਹੁੰਦਾ ਜਦੋਂ ਇੱਕੋ ਹੀ ਤਰੀਕੇ ਦੇ ਸੈਂਟੈਂਸ ਪਾਈ ਜਾਂਦੇ ਆ। ਆਈ ਹੋਪ ਯੂ ਲਾਈਕ ਇਟ। ਅੱਗੇ ਵਾਲੀ ਵੀਡੀਓ ਸੁਣ ਕੇ ਉਹਨਾਂ ਵਿੱਚ ਜ਼ਿਆਦਾ ਕਲੈਰਿਟੀ ਆਏ।